ਪਾਰਸ਼ੈਲਿਟੀ ਨਾ ਕਰੇ ਵੀ ਆਪਣੇ ਚੇਤੇ ਨੂੰ ਟਿਕਟ ਦੇਣੀ। ਇਸ ਨਾਲ ਜਿਹੜਾ ਸਾਡਾ ਤਾਰਾਗੜ੍ਹ ਮੰਡਲ ਹੈ ਇਹ ਸਾਰਾ ਹੀ ਨਿਰਾਸ਼ ਆ ਔਰ ਸਾਰੇ ਪਿੰਡਾਂ 'ਚ ਵਰਕਰ ਆਏ ਦੇ ਨਾ। ਜੇ ਇਹ ਫੈਸਲਾ ਪਾਰਟੀ ਨਹੀਂ ਬਦਲਦੀ, ਸ਼ਰਮਾ ਜੀ ਅੱਗੇ ਪ੍ਰਧਾਨ ਜੀ ਅੱਗੇ ਪ੍ਰਦੇਸ਼ ਅਧਿਕਸ਼ ਅੱਗੇ ਜੀ ਇਹ ਜਿਹੜਾ ਸਾਨੂੰ ਸਮੇਂ ਤੋਂ ਪਹਿਲਾਂ ਕਿੱਦਾਂ ਕਰਦੇ ਤੁਸੀਂ, ਤੇ ਉਹ ਕਹਿੰਦੇ ਤੁਹਾਨੂੰ 2 ਦਿਨ ਬਾਅਦ ਬੁਲਾਵਾਂਗੇ। 2 ਦਿਨ ਦੇ ਛੱਡ ਕੇ 1 ਹਫ਼ਤਾ ਹੋ ਗਿਆ, ਉਹਨੇ ਕੋਈ ਜਵਾਬ ਨਹੀਂ ਦਿੱਤਾ। ਉਹ ਆਉਂਦੇ ਨਾਲ ਚਾਹ ਪੀ ਕੇ ਸੀਮਾ ਦੇਵੀ ਦੇ ਘਰੋਂ ਚੱਲ ਜਾਂਦੇ ਨੇ। ਅਧਿਕਸ਼ ਅਸ਼ੀਸ਼ ਸ਼ਰਮਾ ਜੀ ਨੂੰ ਸੰਗਿਆਨ ਲੈ ਕੇ ਇਹਨੂੰ ਜਿਹੜਾ ਮੁੱਦਾ ਇਹਨੂੰ ਠੀਕ ਕਰੋ। ਅਸੀਂ ਸਾਰੇ ਭਾਜਪਾ ਦੇ ਵਰਕਰਾਂ ਠੋਕ ਕੇ ਕੰਮ ਕਰਕੇ ਅਸੀਂ ਵਧੀਆ ਕੈਂਡੀਡੇਟ ਦਿਓ, ਨਵਾਂ ਚਿਹਰਾ ਦੇ ਦਿਓ ਪੜ੍ਹੇ ਲਿਖਿਆ। ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਉਹਨਾਂ ਨੂੰ ਆਪਣੇ ਕੋਲ ਹਲਕੇ 'ਚ ਕਾਮਯਾਬ ਕਰਾਂਗੇ, ਪਾਰਟੀ ਦੀ ਝੋਲੀ 'ਚ ਸੀਟ ਪਾਵਾਂਗੇ। ਸਾਡਾ ਇਹੋ ਮੁੱਦਾ ਸਾਨੂੰ ਇਹਨੂੰ ਗੁੰਮਰਾਹ। ਭਾਰਤੀ ਜਨਤਾ ਪਾਰਟੀ ਦਾ ਫੈਸਲਾ ਨਹੀਂ ਹੈਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਇੱਕ ਵਰਕਰਾਂ ਦੀ ਪਾਰਟੀ ਹੈ। ਇਹ ਇੱਕ ਪਠਾਨਕੋਟ ਦੇ ਵਿੱਚ ਬੈਠੇ ਕੁਝ ਬੰਦਿਆਂ ਨੇ ਸੀਮਾ ਦੇ ਮਗਰ ਚਲੋ, ਜਿਹੜੀ ਇਹ ਸੀਮਾ ਜਨਤਾ ਪਾਰਟੀ ਆ ਇਹਦੀ ਸਪੋਰਟ ਕਰੋ, ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਮਾਨੀਏ ਪੰਜਾਬ ਪ੍ਰਧਾਨ ਅਸ਼ੀਸ਼ ਸ਼ਰਮਾ ਜੀ ਅੱਗੇ, ਜ਼ਿਲ੍ਹਾ ਪ੍ਰਧਾਨ ਜੀ ਅੱਗੇ, ਤੇ ਜਿਹੜਾ ਮੰਡਲ ਪ੍ਰਧਾਨ ਤੋਂ ਲਾਇਆ ਗਿਆ ਉਹ ਦੁਬਾਰਾ ਉਹਨਾਂ ਦੀ ਨਿਯੁਕਤੀ ਕੀਤੀ। ਇਲੈਕਸ਼ਨ ਦੇ ਵਿੱਚ ਬਹੁਤ ਨੁਕਸਾਨ ਹੋਇਆ। ਤਾਂ ਵਰਕਰਾਂ ਵੱਲੋਂ ਇੱਕੋ ਇੱਕ ਮੰਗ ਰੱਖੀ, ਜੈਸਾ ਲੈਂਦਾ ਤਾਂ ਵਰਕਰਾਂ ਨੂੰ ਢਾਹ ਲੱਗਦੀ ਹੈ। ਇਹਦੇ ਨਾਲ ਪਾਰਟੀ ਵਰਕਰ ਨੂੰ 3 ਖੇਤੀ ਕਾਨੂੰਨ ਨੂੰ ਲੈ ਕੇ ਜਿੱਥੇ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦਾ ਜਿਹੜਾ ਪੂਰਾ ਵਿਰੋਧ ਹੋ ਰਿਹਾ। ਜੇ ਗੱਲ ਕਰੀਏ ਅਸੀਂ ਪਾਰਟੀ ਦੀ, ਪਰ ਪਾਰਟੀ ਦਾ ਵੀ ਜਿਹੜੇ ਆਪਣੇ ਇਸ ਵਕਤ ਜਿਹੜੇ ਪਾਰਟੀ ਵੱਲੋਂ ਆ ਆਪਣੇ ਜਿਹੜੇ ਹਲਕਿਆਂ ਦੇ ਵਿੱਚ ਇੰਚਾਰਜ ਨਿਯੁਕਤ ਕੀਤੇ ਗਏ ਆ। ਔਰ ਉਹਦੇ ਤੋਂ ਇਲਾਵਾ ਜੇ ਗੱਲ ਕਰੀਏ ਅਸੀਂ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੀ, ਔਰ ਇੱਥੋਂ ਦੇ ਵੀ ਜਿਹੜੇ ਕੁਝ ਜਿਹੜਾ ਇਹਨਾਂ ਕੋਲ ਮੰਡਲ ਦੇ ਵਿੱਚ ਫੇਰਬਦਲ ਕੀਤਾ ਗਿਆ। ਔਰ ਇਸ ਫੇਰਬਦਲ ਨੂੰ ਲੈ ਕੇ ਜਿਹੜਾ ਪੋਆ ਹਲਕਾ ਦੇ ਵਿੱਚ ਜਿਹੜਾ ਵਿਰੋਧ ਦੇਖਣ ਨੂੰ ਮਿਲ ਰਿਹਾ। ਔਰ ਇਹ ਜਿਹੜਾ ਵਿਰੋਧ ਹੈ ਹਲਕਾ ਜਿਹੜੀ ਇੱਥੋਂ ਦੇ ਸਾਬਕਾ MLA ਹੈ ਸੀਮਾ ਕੁਮਾਰੀ ਔਰ ਉਹਨਾਂ ਦੇ ਜਿਹੜੇ ਪਤੀ ਹੈ ਵਿਨੋਦ ਕੁਮਾਰ ਜੀ, ਉਹਨਾਂ ਨੂੰ ਲੈ ਕੇ ਜਿਹੜਾ ਪਾਰਟੀ ਦੇ ਵਿੱਚ ਹੈ ਉਹਨਾਂ ਵੱਲੋਂ ਹੈ ਜਿਹੜਾ ਲੋਕਾਂ ਜਿਹੜੇ ਮੰਡਲ ਵੱਲੋਂ ਆ ਇਹ ਵਿਰੋਧ ਕੀਤਾ ਜਾ ਰਿਹਾ ਕਿ ਜਿਹੜਾ ਪਾਰਟੀ ਦੇ ਜਿਹੜੀਆਂ ਅੰਦਰੂਨੀ ਜਿਹੜੀਆਂ ਗਤੀਵਿਧੀਆਂ ਨੂੰ ਲੈ ਕੇ ਜਿਹੜਾ ਇਹਨਾਂ ਨੂੰ ਦਖਲਅੰਦਾਜ਼ੀ ਦੇ ਕੇ ਜਿਹੜੀ ਹੇਰ-ਫੇਰ ਕੀਤਾ ਗਿਆ। ਔਰ ਜੇ ਗੱਲ ਕਰੀਏ ਇੱਥੇ ਜਿਹੜੇ ਸਾਡੇ ਨਾਲ ਅੱਜ ਮੰਡਲ ਪ੍ਰਧਾਨ ਹੈ ਗਣੇਸ਼ਵਰ ਸਿੰਘ ਜੀ, ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਕੀ ਕਹਿਣਾ ਚਾਹੁੰਦੇ ਆ ਇਸ ਸੰਬੰਧੀ। ਹਾਂਜੀ ਸਰ, ਕੀ ਨਾਮ ਆਪਣਾ? ਮੇਰਾ ਨਾਮ ਅਮਰਜੀਤ ਸਿੰਘ, ਐਕਸ ਸਰਪੰਚ ਤਾਰਾਗੜ੍ਹ। ਹਾਂਜੀ ਸਰ, ਕੀ ਗੱਲਬਾਤ ਹੈ ਜਿਹੜੀ ਅੱਜ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ? ਦੇਖੋ ਗੱਲ ਇੱਦਾਂ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਹਾਂ। ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਸਿਸਟਮ ਹੈ ਕਿ ਵਰਕਰ ਨੂੰ ਸੁਣ ਕੇ ਤੇ ਫਿਰ ਗੱਲ ਕੀਤੀ ਜਾਂਦੀ ਹੈ। ਸਾਡੇ ਮੰਡਲ ਪ੍ਰਧਾਨ ਗਣੇਸ਼ਵਰ ਸਿੰਘ ਜੀ, ਇਹਨਾਂ ਦਾ ਹਾਲੇ ਟਾਈਮ ਪੀਰੀਅਡ ਪੂਰਾ ਨਹੀਂ ਹੋਇਆ ਤੇ ਇਹਨਾਂ ਨੂੰ ਪਹਿਲੋਂ ਹੀ ਟਾਈਮ ਪੀਰੀਅਡ ਤੋਂ ਲਾ ਦਿੱਤਾ ਗਿਆ। ਇਹਦੇ ਵਿੱਚ ਜਿੱਥੇ ਸੀਮਾ ਕੁਮਾਰੀ ਤੇ ਉਹਦਾ ਪਤੀ ਇਹ ਉਸ ਬੰਦੇ ਨੂੰ ਹੀ ਮੰਡਲ ਪ੍ਰਧਾਨ ਦੇਖਣਾ ਚਾਹੁੰਦੇ ਆ ਜਿਹੜਾ ਉਹਦੀ ਚਾਪਲੂਸੀ ਕਰੇਗਾ। ਇਹਦੇ ਵਿੱਚ ਕੁਝ ਇਨਵੋਲਵਮੈਂਟਾਂ ਜ਼ਿਲ੍ਹੇ ਵੱਲੋਂ ਵੀ ਹੈ, ਪ੍ਰਦੇਸ਼ ਅਧਿਕਸ਼ ਜੀ ਦਾ ਆਪਣਾ ਜ਼ਿਲ੍ਹਾ ਹੈ, ਉਹਨਾਂ ਨੂੰ ਵੀ ਇੱਥੇ ਗੌਰ ਕਰਨੀ ਚਾਹੀਦੀ ਹੈ ਵੀ ਇੱਦਾਂ ਦੀਆਂ ਜਿਹੜੀਆਂ ਸਿਸਟਮ ਚੱਲ ਰਿਹਾ ਇਹ ਬੰਦ ਹੋਣਾ ਚਾਹੀਦਾ। ਇਹ ਇੱਕ ਭੋਏ ਹਲਕੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਣ ਕੇ ਨਹੀਂ ਰਹਿ ਗਈ, ਇਹ ਇੱਕ ਸੀਮਾ ਜਨਤਾ ਪਾਰਟੀ ਬਣ ਗਈ। ਠੀਕ ਹੈ, ਜਿਹਦਾ ਅਸੀਂ ਪੂਰਾ ਵਿਰੋਧ ਕਰਨੇ ਆ, ਮੰਗ ਕਰਨੇ ਆ ਵੀ ਗਣੇਸ਼ਵਰ ਸਿੰਘ ਜੀ ਨੂੰ ਦੁਬਾਰਾ ਮੰਡਲ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇ। ਨਹੀਂ ਤੇ ਇਹ ਪਾਰਟੀ ਨੇ ਸੋਚਣਾ ਅਗਲੇ ਆਉਣ ਵਾਲੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਇਹਦੇ ਕੀ ਪਰਿਣਾਮ ਹੁੰਦੇ ਆ, ਕੀ ਰਿਜ਼ਲਟ ਨਿਕਲਦੇ ਆ, ਇਹ ਤੇ ਫਿਰ ਪਾਰਟੀ ਹਾਈ ਕਮਾਂਡ ਹੀ ਜ਼ਿੰਮੇਵਾਰੀ ਹੋਏਗੀ, ਨਾ ਕਿ ਵਰਕਰ ਦੀ। ਜੇ ਗੱਲ ਕਰੀਏ ਹਲੇ ਜਿਹੜਾ ਇਹਨਾਂ ਮੰਡਲ ਪ੍ਰਧਾਨ ਤੋਂ ਇਹਨਾਂ ਨੂੰ ਕੀਤਾ ਗਿਆ ਕਿ ਇਹਨਾਂ ਦੀ ਕੋਈ ਖਾਮੀ ਨਜ਼ਰ ਆਈ ਹੈ ਪਾਰਟੀ ਨੂੰ, ਜਾਂ ਕੀ ਹੈ, ਜਾਂ ਤੁਹਾਨੂੰ ਇਸ ਸੰਬੰਧੀ ਕੋਈ ਗਤੀਵਿਧੀ ਕੋਈ ਇਹੋ ਜਿਹੀ ਨਜ਼ਰ ਆਈ? ਦੇਖੋ ਜੀ, ਪਾਰਟੀ ਨੇ ਨਾ ਤੇ ਕਿਸੇ ਵਰਕਰ ਨੂੰ ਪੁੱਛਿਆ ਨਾ ਕਿਸੇ ਨੂੰ ਪੁੱਛਿਆ। ਪਾਰਟੀ ਨੂੰ ਜੋ ਸੀਮਾ ਤੇ ਵਿਨੋਦ ਹਾਈ ਕਮਾਨ ਨੂੰ ਕਹਿਣਗੇ ਉਹਨਾਂ ਨੇ ਉਹੀ ਕਰ ਦੇਣਾ। ਗਣੇਸ਼ਵਰ ਜੀ ਉਹਦੇ ਕੋਲ ਡੇਲੀ ਹਾਜ਼ਰੀ ਨਹੀਂ ਲਵਾਉਂਦੇ। ਠੀਕ ਹੈ, ਇਹ ਸੱਚੇ ਔਰ ਇਮਾਨਦਾਰ ਆਦਮੀ ਹੈ, ਇਹ ਡੇਲੀ ਉਹਦੇ ਕੋਲ ਜਾਣਾ ਨਹੀਂ ਚਾਹੁੰਦੇ, ਡੇਲੀ ਉਹਦੇ ਨਾਲ ਇਹ ਚਾਪਲੂਸੀ ਨਹੀਂ ਕਰ ਸਕਦੇ, ਜਿਸ ਕਾਰਨ ਇਹ ਉਹਦੇ ਕੇ ਮੁਤਾਬਕ ਨਹੀਂ ਚਲੇ, ਉਹਨਾਂ ਨੂੰ ਲਾਤਾ। ਲੇਕਿਨ ਵਰਕਰ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਵਰਕਰ ਦੀ ਜਿਹੜੀ ਆਵਾਜ਼ ਹੈ ਉਹਨੂੰ ਸੁਣਨ ਲਈ ਗਣੇਸ਼ਵਰ ਜੀ 24 ਘੰਟੇ ਹੀ
ਤਿਆਰ ਰਹਿੰਦੇ ਰਹੇ, ਜਿੱਥੇ ਵੀ ਕਿਸੇ ਨੂੰ ਮੁਸੀਬਤ ਪੈਂਦੀ ਰਹੀ ਹੈ ਉਹਦੇ ਨਾਲ ਡਟ ਕੇ ਖੜੋਂਦੇ ਰਹੇ ਆ। ਲੇਕਿਨ ਸਿਰਫ ਇਹ ਵਿਨੋਦ ਔਰ ਸੀਮਾ ਨੂੰ ਚੰਗੇ ਨਹੀਂ ਲੱਗੇ। ਲੱਗਦਾ ਪਾਰਟੀ ਵੱਲੋਂ ਜਿਹੜਾ 2022 ਦੀ ਚੋਣਾਂ ਤੋਂ ਪਹਿਲੇ ਇਹ ਫੈਸਲਾ ਲਿਆ ਗਿਆ ਕਿ ਇਹਦਾ ਨੁਕਸਾਨ ਨਹੀਂ ਹੋਏਗਾ? ਇਹਦਾ ਬਹੁਤ ਘਾਤਕ ਨੁਕਸਾਨ ਹੋਏਗਾ ਪਾਰਟੀ ਨੂੰ। ਇਹ ਨਹੀਂ ਭੂਆ ਹਲਕੇ ਦੇ ਵਿੱਚ ਇਹ ਲੋਕੀ ਕੁਝ ਵਰਕਰ ਇਹਦੇ ਕੋਲੋਂ ਡਰਦੇ ਬੋਲਦੇ ਨੇ। ਇਹਦਾ ਰਿਜ਼ਲਟ ਹੈ ਜਿਹੜਾ ਬਹੁਤ ਮਾੜਾ ਹੋਏਗਾ। ਇਸ ਟਾਈਮ ਦੇ ਉੱਤੇ ਦੇਖੋ ਨਾ, ਇਸ ਟਾਈਮ ਦੇ ਉੱਤੇ ਵਰਕਰ ਭਾਰਤੀ ਜਨਤਾ ਪਾਰਟੀ ਦੀ ਵੈਸੇ ਵਾਹ ਨਹੀਂ ਫਾੜਿਆ ਕਿਸੇ ਵੀ ਪਾਸੋਂ, ਲੇਕਿਨ ਜਿਹੜੇ ਵਰਕਰ ਪਾਰਟੀ ਨਾਲ ਥੰਮ ਵਾਂਗ ਖੜੇ ਆ ਉਹਨਾਂ ਨੂੰ ਇਹ ਸੈਂਟ ਆਊਟ ਕਰੀ ਜਾਣ ਡੇ। ਕੀ ਮੰਗ ਕਰਦੇ ਹੋ ਤੁਸੀਂ ਆਪਣੀ ਜਿਹੜੀ ਪਾਰਟੀ ਕੋਲ? ਅਸੀਂ ਪਾਰਟੀ ਕੋਲ ਇਹ ਮੰਗ ਕਰਨੇ ਆ ਵੀ ਗਣੇਸ਼ਵਰ ਸਿੰਘ ਨੂੰ ਦੁਬਾਰਾ ਮਾਨ ਸਨਮਾਨ ਦਿੱਤਾ ਜਾਵੇ ਤੇ ਸੀਮਾ ਨੂੰ ਜਿਹੜਾ ਇਹਨਾਂ ਨੇ ਇੱਕ ਸੀਮਾ ਜਨਤਾ ਪਾਰਟੀ ਬਣਾ ਲਈ ਹੈ, ਸੀਮਾ ਉੱਤੇ ਲਗਾਮ ਪਾਈ ਜਾਵੇ ਤੇ ਇਹਨੂੰ ਹਲਕਾ ਇੰਚਾਰਜ ਤੋਂ ਲਾਇਆ ਜਾਵੇ। ਕਿੰਨੇ ਕੁ ਬੰਦੇ ਦਾ ਕੱਟ ਕੀਤਾ ਗਿਆ ਤੁਹਾਡੇ ਕੋਲ ਪ੍ਰੈਸ ਕਾਨਫਰੰਸ 'ਚ? ਅੱਜ ਅਸੀਂ 50-60 ਬੰਦੇ ਸੀਗੇ। ਅਸੀਂ ਹਾਲੇ ਸਿਰਫ ਇੱਕ ਆਪਣੇ ਮੰਡਲ ਤੋਂ ਚਾਲੂ ਕੀਤਾ ਕੁਝ ਬੰਦਿਆਂ ਤੋਂ ਵੀ ਇਹ ਪ੍ਰੈਸ ਕਾਨਫਰੰਸ ਕਰਨ ਦਾ ਵੀ ਸਾਡਾ ਮਤਲਬ ਇਹ ਸੀਗਾ ਕਿਉਂਕਿ ਅਗਰ ਜ਼ਿਲ੍ਹੇ ਵੱਲੋਂ ਗਣੇਸ਼ਵਰ ਜੀ ਨੂੰ ਤੁਸੀਂ ਮੰਡਲ ਪ੍ਰਧਾਨ ਲਾਣਾ ਸੀਗਾ ਤੇ ਮੰਡਲ ਦੇ ਵਿੱਚ ਆ ਕੇ ਉਹਦੀ ਮੀਟਿੰਗ ਲੈ ਲੈਂਦੇ। ਜਿੱਦਾਂ ਉਹਨਾਂ ਨੇ ਪ੍ਰੈਸ ਦੇ ਵਿੱਚ ਦੇਤਾ ਇੱਦਾਂ ਵਰਕਰ ਦੇ ਵਿੱਚ ਵੀ ਗੁੱਸਾ ਸੀ। ਵਰਕਰਾਂ ਨੇ ਵੀ ਇੱਦਾਂ ਇਹਦੇ ਕੋਲ ਜਾਣ ਦੀ ਬਜਾਏ ਸਿੱਧਾ ਡਾਇਰੈਕਟ ਪ੍ਰੈਸ 'ਚ ਗਏ। ਔਰ ਅੱਜ ਤੋਂ ਇਹ ਘੱਟੋ ਘੱਟ 8-9 ਦਿਨ ਦੀ ਹੋ ਗਿਆ ਵਰਕਰ ਇੰਤਜ਼ਾਰ ਕਰ ਰਿਹਾ ਸੀ, ਲੇਕਿਨ ਵਰਕਰ ਕੋਲ ਹਾਈ ਕਮਾਂਡ ਕੋਈ ਨਹੀਂ ਪਹੁੰਚੀ। ਉਹਨਾਂ ਨੂੰ ਪਤਾ ਸੀਗਾ ਵੀ ਇੱਥੇ ਵਰਕਰ ਨਾਈਡ ਆ, ਲੇਕਿਨ ਕੋਈ ਹਿਲਚੁਲ ਨਹੀਂ ਉਹਨਾਂ ਨੇ ਕੀਤੀ। ਹਾਰ ਕੇ ਜਿਸ ਵੇਲੇ ਵਰਕਰ ਦਾ ਸਬਰ ਦਾ ਬੰਨ ਟੁੱਟ ਗਿਆ, ਅੱਜ ਫਿਰ ਸਾਨੂੰ ਮਜਬੂਰਨ ਪ੍ਰੈਸ ਕਾਨਫਰੰਸ ਕਰਨੀ ਪਈ। ਤੁਸੀਂ ਦੇਖ ਸਕਦੇ ਹੋ ਜਿਹੜੇ ਮੰਡਲ ਦੇ ਵਿੱਚ ਹੈ ਵਰਕਰਾਂ 'ਚ ਵੀ ਇਸ ਨੂੰ ਲੈ ਕੇ ਜਿਹੜਾ ਵਿਰੋਧ ਦੇਖਣ ਨੂੰ ਮਿਲ ਰਿਹਾ। ਔਰ ਇਸ ਵਕਤ ਸਾਡੇ ਨਾਲ ਜਿਹੜੇ ਗਣੇਸ਼ਵਰ ਜੀ ਹੈ ਸਾਬਕਾ ਮੰਡਲ ਪ੍ਰਧਾਨ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਮੋਟਿਵ ਹੈ ਜਿਹੜਾ ਇਹ ਪ੍ਰੈਸ ਦਾ ਅੱਜ ਕਰਨ ਦਾ। ਹਾਂਜੀ ਸਰ, ਕੀ ਆਪਣਾ ਨਾਮ ਔਰ ਕੀ ਜਿਹੜਾ ਅੱਜ ਦਾ ਨਿਰੋਸ਼ ਦੇਖਣ ਨੂੰ ਮਿਲਿਆ? ਮੇਰਾ ਮੈਂ ਗਣੇਸ਼ਵਰ ਸਿੰਘ, ਪੂਰਵ ਮੰਡਲ ਅਧਿਕਸ਼ ਭਾਰਤੀ ਜਨਤਾ ਪਾਰਟੀ। ਸਾਡਾ ਸਿਰਫ ਇਸ ਪ੍ਰੈਸ ਕਾਨਫਰੰਸ ਨੂੰ ਬੁਲਾਉਣ ਦਾ ਇੱਕ ਹੀ ਮਤਲਬ ਸੀ ਕਿ ਅਸੀਂ ਆਪਣੀ ਜਿਹੜੀ ਆਵਾਜ਼ ਆ ਆਪਣੇ ਹਾਈ ਕਮਾਂਡ ਤੱਕ ਪਹੁੰਚਾ ਸਕੀਏ ਕਿ ਜਿਹੜੀਆਂ ਇਹ ਨਜਾਇਜ਼ ਧੱਕੇ ਹੋ ਰਹੇ ਨੇ ਕਾਰਜਕਰਤਾ ਦੇ ਨਾਲ, ਇਹਨਾਂ ਦੀ ਸੁਣਵਾਈ ਕੀਤੀ ਜਾਏ। ਔਰ ਜਿਹੜਾ ਬਿਲਾ ਵਜ੍ਹਾ ਐਵੇਂ ਹੀ ਨਾ ਕੋਈ ਮੇਰਾ ਸਮਾਂ ਹੋਏਦਾ ਜੇ ਪੂਰਾ ਕਿ ਮੈਨੂੰ ਕਹਿਣ ਲੱਗੇਗੀ, ਮੈਨੂੰ ਪਤਾ ਵੀ ਨਹੀਂ ਮੈਂ ਘਰ ਬੈਠੇ ਦਾ ਔਰ ਮੈਨੂੰ ਕਹਿ ਰਹੇ ਨੇ ਕਿ ਤੈਨੂੰ ਜ਼ਿਲ੍ਹਾ ਸਚਿਵ ਬਣਾਤਾ ਸੀ। ਮੈਂ ਹਜੇ ਆਪਣਾ ਕਾਰਜਕਾਲ ਜਿਹੜਾ ਸੀ ਪੂਰਾ ਕਰਨਾ ਸੀ। ਜਦੋਂ ਮੇਰਾ ਕਾਰਜਕਾਲ ਪੂਰਾ ਹੋ ਜਾਂਦਾ ਮੈਨੂੰ ਜ਼ਿਲ੍ਹੇ 'ਚ ਜਿਹੜੀ ਜ਼ਿੰਮੇਵਾਰੀ ਦੇਣੀ ਸੀ ਦੇਣੀ ਸੀ। ਅਗਰ ਇਹਨਾਂ ਦੇ ਕੋਈ ਮਨ 'ਚ ਗੱਲ ਸੀ ਜਿਹੜਾ ਪਾਰਟੀ ਪ੍ਰੋਟੋਕਾਲ ਸੀ ਉਹਦੇ ਮੁਤਾਬਕ ਮੈਨੂੰ ਨੋਟਿਸ ਦਿੰਦਾ, ਮੈਂ ਉਸ ਨੋਟਿਸ ਦਾ ਜਵਾਬ ਦਿੰਦਾ। ਫਿਰ ਜੋ ਪਾਰਟੀ ਨੇ ਫੈਸਲਾ ਲੈਣਾ ਸੀ ਉਹ ਕਰ ਦਿੱਤਾ ਸੀ, ਉਸ ਫੈਸਲੇ ਨੂੰ ਮੰਨਦੇ। ਲੇਕਿਨ ਇਹ ਜਿਹੜਾ ਕੰਮ ਸੀ ਇਹ ਇਹਨਾਂ ਨੇ ਬਿਲਕੁਲ ਨਹੀਂ ਕੀਤਾ ਕਿਉਂਕਿ ਇਹਨਾਂ ਕੋਲ ਹੈ ਹੀ ਕੋਈ ਨਹੀਂ ਸੀ ਮੁੱਦਾ ਮੇਰੇ ਖਿਲਾਫ। ਮੇਰੀ ਜਿਹੜੀ ਛਵੀ ਆ ਉਹ ਆਪਣੇ ਸਮਾਜ ਦੇ ਵਿੱਚ ਇੱਕ ਓਨੈਸਟ ਛਵੀ ਹੈ। ਇਹ ਕਰਪਟ ਆਦਮੀ ਹੈ ਔਰ ਇਹਦੇ ਕਰਪਸ਼ਨ ਕਰਦਾ। ਇਹਦੀਆਂ ਬੜੀਆਂ ਸਾਰੀਆਂ ਜਿਹੜੀਆਂ ਅੰਦਰੂਨੀ ਗੱਲਾਂ ਨੇ ਉਹ ਮੈਂ ਫੜ ਲਈ ਦੀਆਂ ਸਨ ਔਰ ਇਸੇ ਕਰਕੇ ਆਪਣੀ ਜਾਨ ਬਚਾਉਣ ਵਾਸਤੇ ਇਹਨੇ ਇੱਕ ਤਰੀਕਾ ਬਣਵਾ ਕੇ ਤੇ ਆਪਣੇ ਜਿਹੜੇ ਸਾਡੇ ਜ਼ਿਲ੍ਹਾ ਅਧਿਕਸ਼ ਜੀ ਨੇ ਉਹਨਾਂ ਨੂੰ ਕਿਸ ਢੰਗ ਨਾਲ ਭਰਮਾਇਆ, ਕਿਸ ਢੰਗ ਨਾਲ ਕੀਤਾ ਔਰ ਇਹ ਜਿਹੜਾ ਆ ਪਾਰਟੀ ਨੇ ਫੈਸਲਾ ਲਿਆ। ਕਿਹਨਾਂ ਦੀ ਗੱਲ ਕਰ ਰਹੇ ਤੁਸੀਂ? ਸਾਡੇ ਜਿਹੜੇ ਜ਼ਿਲ੍ਹਾ ਅਧਿਕਸ਼ ਸ਼੍ਰੀ ਵਿਜੇ ਸ਼ਰਮਾ ਜੀ ਨੇ। ਨਹੀਂ, ਜਿਨ੍ਹਾਂ ਬਾਰੇ ਤੁਸੀਂ ਆਰੋਪ ਲਗਾ ਰਹੇ ਹੋ ਕਿਹਨਾਂ ਦੀ ਗੱਲ ਕਰ ਰਹੇ ਹੋ? ਉਹ ਤੇ ਵਿਨੋਦ ਜੀ ਨੇ, ਸੀਮਾ ਦਾ ਜਿਹੜਾ ਪਤੀ ਹੈ ਉਹਨਾਂ ਦੇ ਬਾਰੇ ਮੈਂ ਗੱਲ ਕੀਤੀ ਹੈ। ਕੀ ਲੱਗਦਾ ਤੁਹਾਨੂੰ ਕੀ ਉਹਨਾਂ ਨੇ ਜਿਹੜਾ ਵਿਰੋਧ ਕੀਤਾ ਤੁਹਾਡਾ ਇਸ ਚੀਜ਼? ਦੇਖੋ ਜੀ, ਵਿਨੋਦ ਨੂੰ ਮਸਲਾ ਇਹ ਸੀ ਕਿ ਜਿਸ ਦਿਨ ਤੋਂ ਮੈਂ ਪਾਰਟੀ ਅਧਿਕਸ਼ ਬਣਿਆ ਆਪਣੇ ਮੰਡਲ ਦਾ, ਉਸ ਦਿਨ ਤੋਂ ਲੈ ਕੇ ਹੀ ਜਿਹੜੀਆਂ ਇਹਨਾਂ ਦੀ ਗਤੀਵਿਧੀਆਂ ਸੀ ਮੈਂ ਉਹਨਾਂ ਦੇ ਉੱਪਰ ਪੂਰਾ ਧਿਆਨ ਰੱਖਦਾ ਸੀ ਕਿ ਇੱਥੇ ਹੋ ਕੀ ਰਿਹਾ। ਔਰ ਮੰਡਲ ਦੇ ਅੰਦਰ ਸਾਡੇ ਜਦੋਂ ਅਸੀਂ ਆਪਣਾ ਇਲੈਕਸ਼ਨ ਸੰਨੀ ਦਿਓਲ ਦਾ ਲੜਨਾ ਸ਼ੁਰੂ ਕੀਤਾ ਔਰ
ਉਹਦੇ ਵਿੱਚ ਅਸੀਂ ਤਾਰਾਗੜ੍ਹ 2000 ਰੁਪਏ ਦਾ ਇੱਕ ਅਸੀਂ ਆਫਿਸ ਕਿਰਾਏ 'ਤੇ ਲਿਆ। ਇਹਨਾਂ ਨੇ ਫਟ ਕੇ ਨਹੀਂ ਇਹ ਆਫਿਸ ਨਹੀਂ ਲੈਣਾ। ਇਹਨਾਂ ਨੇ ਜਾ ਕੇ 20-25 ਹਜ਼ਾਰ ਰੁਪਏ ਦਾ ਲਿਆ, ਕਿਉਂਕਿ ਜਿਹੜੀ ਮੇਰੀ ਇੱਛਾ ਸੀ ਕਿ ਪਾਰਟੀ ਨੂੰ ਬਚਾਉਣਾ ਵੀ ਔਰ ਸਹੀ ਢੰਗ ਦੇ ਨਾਲ ਉਹਦੀ ਯੂਟੀਲਾਈਜੇਸ਼ਨ ਕਰਨੀ। ਮੇਰੀ ਆਪਣੀ ਹਾਰਦਿਕ ਇੱਛਾ ਸੀ ਕਿ ਅਸੀਂ ਇਸ ਵਾਰ ਮੈਂ ਅਧਿਅਕਸ਼ ਹਾਂ ਔਰ ਜਿੰਨਾ ਵੀ ਪਾਰਟੀ ਦਾ ਖਰਚਾ ਹੋਵੇ ਇੱਥੇ ਅਸੀਂ ਸਵੈਮ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਖੇਤੀ ਨਾਲ ਸੰਬੰਧਿਤ ਲੋਕ ਹਾਂ। ਸਾਨੂੰ ਕੁਆਂਟਲ ਅਨਾਜ ਪਾਉਣ ਤੇ ਸਾਡਾ ਕੋਈ ਵੀ ਨਹੀਂ ਹੁੰਦਾ। 15 ਦਿਨ ਦਾ 20 ਦਿਨ ਦਾ ਇਲੈਕਸ਼ਨ ਹੁੰਦਾ, ਸਾਡੇ ਵਾਸਤੇ ਕੋਈ ਏਡੀ ਵੱਡੀ ਗੱਲ ਨਹੀਂ ਸੀ, ਲੇਕਿਨ ਇਸ ਬੰਦੇ ਨੇ ਸਾਨੂੰ ਉਹ ਵੀ ਨਹੀਂ ਕਰਨ ਦਿੱਤਾ। ਈਵਨ ਕਿ ਜਿਹੜਾ ਰਾਸ਼ਨ ਲਿਆਂਦੇ ਸੀ, ਮੈਂ ਮੰਡਲ ਅਧਿਅਕਸ਼ ਸੀ, ਮੈਂ ਲਾਸਟ ਤੱਕ ਇਹਨਾਂ ਨੂੰ ਪੁੱਛਿਆ ਕਿ ਦੱਸੋ ਸਾਡੇ ਮੰਡਲ ਦਾ ਖਰਚਾ ਕੀ ਹੈ, ਕਿਸੇ ਕਾਪੀ 'ਤੇ ਜਿੱਥੇ ਮੇਰਾ ਸਾਈਨ ਹੋਇਆ ਦਾ ਮੈਨੂੰ ਦੱਸੋ। ਇਹਨਾਂ ਨੇ ਉਹ ਕਾਪੀਆਂ ਲਗਾ ਲਈਆਂ। ਉਹ ਕਾਪੀਆਂ ਇਸ ਕਰਕੇ ਲਗਾਈਆਂ ਕਿਉਂਕਿ ਇਹਨਾਂ ਨੇ ਸਾਰੇ ਬਿੱਲ ਜਾਲੀ ਪਾਏ ਦੇ ਸਨ ਉਹਨਾਂ ਦੇ ਵਿੱਚ, ਔਰ ਜਿਹੜੀਆਂ ਇਹਨਾਂ ਦੀਆਂ ਹਰਕਤਾਂ ਸੀ ਮੈਂ ਉਹਨਾਂ ਤੋਂ ਬੜਾ ਗੌਰ ਨਾਲ ਦਿਖਦਾ ਸੀ ਵੀ ਇਹ ਕੀ ਕਰ ਰਹੇ ਨੇ। ਲੇਕਿਨ ਮੈਂ ਪਾਰਟੀ ਦਫ਼ਤਰ ਖੁੱਲ੍ਹਣ ਤੋਂ ਪਹਿਲੇ ਸਭ ਤੋਂ ਪਹਿਲੇ ਸੰਕਲਪ ਲਿਆ ਸੀ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਹਾਂ ਔਰ ਮੈਂ ਕਦੀ ਵੀ ਇਸ ਆਫਿਸ ਦਾ ਪਾਣੀ ਨਹੀਂ ਪੀਵਾਂਗਾ, ਮੈਂ ਆਪਣੇ ਇਸ ਦਫ਼ਤਰ ਦਾ ਕਦੀ ਵੀ ਅਨਾਜ ਨਹੀਂ ਖਾਵਾਂਗਾ, ਮੈਂ ਆਪਣੇ ਘਰ ਤੋਂ ਹੀ ਭੋਜਨ ਲੈ ਕੇ ਆਵਾਂਗਾ ਔਰ ਆਪਣੇ ਘਰ ਦਾ ਹੀ ਪਾਣੀ ਪੀਵਾਂਗਾ। ਔਰ ਮੈਂ ਉਸੇ ਤਰ੍ਹਾਂ ਹੀ ਕਰਦਾ ਰਿਹਾ। ਈਵਨ ਕਿ ਮੈਂ ਕੋਈ ਗੱਡੀ ਵੀ ਨਹੀਂ ਲਈ ਪਾਰਟੀ ਦੀ ਔਰ ਮੈਂ ਆਪਣੀ ਗੱਡੀ 'ਤੇ ਹੀ ਕੰਪੇਨ ਕਰਦਾ ਸੀ, ਜਦ ਕਿ ਮੈਨੂੰ ਕਿਹਾ ਗਿਆ ਸੀ ਵੀ ਤੈਨੂੰ 2 ਗੱਡੀਆਂ ਅਲਾਟ ਨੇ ਇਨੋਵਾ, ਔਰ ਮੈਂ ਇੱਕ ਗੱਡੀ ਵੀ ਨਹੀਂ ਲਈ ਔਰ ਉਹਦਾ ਜਿਹੜਾ ਤੇਲ ਹੈ ਉਹ ਵੀ ਨਹੀਂ ਲਿਆ। ਮੈਂ ਲਿਆ ਹੀ ਕੁਛ ਨਹੀਂ ਇਹਨਾਂ ਕੋਲੋਂ। ਮੈਂ ਆਪਣੀ ਗੱਡੀ ਦਾ ਸਵੈਮ ਤੇਲ ਪਾ ਕੇ ਸਵੈਮ ਕੰਪੇਨ ਕਰਦਾ ਸੀ। ਮੈਂ ਪਾਰਟੀ ਦੇ ਕਿਸੇ ਕਿਸਮ ਦਾ ਕੋਈ ਵੀ ਬੋਝ ਬਣਨਾ ਨਹੀਂ ਚਾਹੁੰਦਾ। ਮੇਰੀ ਜਿਹੜੀ ਸੋਚ ਸੀ ਉਹ ਆਪਣੇ ਰਾਸ਼ਟਰ ਨੂੰ ਉੱਚ ਸਤਰ 'ਤੇ ਲੈ ਕੇ ਜਾਣ ਦੀ ਸੀ। ਜੋ ਮੈਂ ਕਰ ਸਕਦਾ ਸੀ ਮੈਂ ਉਹ ਕਰਦਾ ਰਿਹਾ ਔਰ ਮੈਂ ਕੋਈ ਵੀ ਪਾਰਟੀ ਕੋਲੋਂ ਕਿਸੇ ਕਿਸਮ ਦਾ ਕੋਈ ਫੰਡ ਕੋਈ ਖਰਚਾ ਨਹੀਂ ਲੈਂਦਾ ਰਿਹਾ। ਇਹ ਗੱਲ ਕਰੀਏ ਜਿਹੜੇ ਤੁਸੀਂ ਆਰੋਪ ਸੀਮਾ ਕੁਮਾਰੀ ਜਾਂ ਉਹਨਾਂ ਦੇ ਪਤੀ 'ਤੇ ਲਗਾ ਰਹੇ ਹੋ, ਕਿੰਨੇ ਕੁ ਜਿਹੜੇ ਤੁਹਾਨੂੰ ਲੱਗਦੇ ਜਾਇਜ਼ ਹੈ? ਦੇਖੀਏ, ਜਿਹੜੀ ਚੀਜ਼ ਆਪਣੀ ਅੱਖਾਂ ਨਾਲ ਦੇਖ ਲੈਂਦੇ ਹਾਂ ਉਹਨਾਂ ਦਾ ਤਾਂ ਕੋਈ ਜਵਾਬ ਹੀ ਨਹੀਂ ਹੁੰਦਾ। ਜੇ ਇਮਾਨਦਾਰ ਹੁੰਦਾ ਤੇ ਮੰਡਲ ਅਧਿਅਕਸ਼ ਮੈਂ ਸੀ ਤੇ ਕਾਪੀ ਇਹਨਾਂ ਨੇ ਆਪਣੇ ਕੋਲ ਕਿਹਦੇ ਵਾਸਤੇ ਰੱਖੀ ਦੀ ਸੀ? ਮੈਨੂੰ ਪਤਾ ਹੋਣਾ ਚਾਹੀਦਾ ਹੈ ਨਾ ਵੀ ਕਿੰਨਾ ਰਾਸ਼ਨ ਆਉਂਦਾ ਆ, ਕਿੰਨਾ ਖਰਚਾ ਆਉਂਦਾ। ਤੇ ਜੇ ਮੰਡਲ ਅਧਿਅਕਸ਼ ਨੂੰ ਨਹੀਂ ਪਤਾ ਹੋਣਾ ਤਾਂ ਕਿਹਨੂੰ ਪਤਾ ਹੋਏਗਾ? ਇਹਦਾ ਮਤਲਬ ਕਿਤੇ ਨਾ ਕਿਤੇ ਤੇ ਹੇਰਾਫੇਰੀ ਹੈ ਸੀ ਨਾ, ਜਿਹੜੀਆਂ ਕਾਪੀਆਂ ਮੇਰੇ ਕੋਲ ਲਗਾ ਕੇ ਰੱਖੀਆਂ ਇਹਨਾਂ ਨੇ। ਜੀ ਗੱਲ ਕਰੀਏ ਅਸੀਂ ਆਪਣੇ ਸੰਨੀ ਦਿਓਲ ਦਾ ਇਲੈਕਸ਼ਨ ਵੀ ਹੋਇਆ, ਉਹਦੇ ਵਿੱਚ ਵੀ ਤੁਹਾਡੇ ਵੱਲੋਂ ਭੂਮਿਕਾ ਨਿਭਾਈ ਗਈ ਹੈ ਔਰ ਆਪਣੇ ਮੰਡਲ ਤੋਂ ਵੀ ਤੁਸੀਂ ਉਹਨਾਂ ਨੂੰ ਜਿਤਾਇਆ ਹੋਵੇਗਾ, ਉਹਦੇ 'ਚ ਵੀ ਕੀ ਇਹਨਾਂ ਦੀ ਸੀਮਾ ਕੁਮਾਰੀ ਜਾਂ ਉਹਨਾਂ ਦੀ ਕੀ ਭੂਮਿਕਾ ਰਹੀ? ਇਹਨਾਂ ਦੀ ਭੂਮਿਕਾ ਨਾਲ ਇਲੈਕਸ਼ਨ ਲੜਿਆ ਸੀ, ਜਿਹੜਾ ਦੇਖ ਹੀ ਲਿਆ ਸੀ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਦੇ ਨਾਲ ਸੀਮਾ ਹਾਰੀ ਸੀ। ਔਰ ਜਦੋਂ ਸਾਡੀ ਵਾਰੀ ਆਈ ਹੈ ਸੰਨੀ ਦਿਓਲ ਦੇ ਇਲੈਕਸ਼ਨ ਦੀ, ਜਿੱਥੇ 28,000 ਵੋਟ ਦੇ ਨਾਲ ਸੀਮਾ ਹਾਰੀ ਸੀ, ਅਸੀਂ 29,000 ਨਾਲ ਕਾਂਗਰਸ ਦਾ ਪ੍ਰਤਿਆਸ਼ੀ ਹਰਾਇਆ ਸੀ। ਔਰ ਜਿਹੜਾ ਮੇਰਾ ਮੰਡਲ ਸੀ 10,000 ਵੋਟ ਦੇ ਨਾਲ ਸੀਮਾ ਨੂੰ ਹਰਾਇਆ ਸੀ ਇਹਨ, ਅਸੀਂ 10,000 ਦੇ ਨਾਲ ਮੁੜ ਕੇ ਜਿਤਾਤਾ ਸੀ ਆਪਣਾ ਮੰਡਲ। ਜੇ ਗੱਲ ਕਰੀਏ ਅਸੀਂ 2022 ਦੀਆਂ ਚੋਣਾਂ ਜਿਹੜੀਆਂ ਬਿਲਕੁਲ ਕਰੀਬ ਹੈ ਔਰ ਉਹਦੇ ਤੋਂ ਪਹਿਲੇ ਜੇ ਦੇਖਿਆ ਜਾਏ ਵਰਕਰਾਂ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਰੋਸ਼ ਔਰ ਤੁਹਾਨੂੰ ਜਿਹੜਾ ਮੰਡਲ ਪ੍ਰਧਾਨ ਕੋ ਜ਼ਿਲ੍ਹੇ ਦੇ ਵਿੱਚ ਪਾਇਆ ਗਿਆ, ਕੀ ਲੱਗਦਾ ਇਹਦਾ ਕੋਈ ਨੁਕਸਾਨ ਹੋਏਗਾ ਇੱਦਾਂ ਕਰਕੇ? ਦੇਖੋ ਜੀ, ਇੱਦਾਂ ਥੋੜ੍ਹੀਆਂ ਵੋਟਾਂ ਨਾਲ ਹਾਰਦੇ ਹੁਣ ਜਿਹੜਾ ਇਹਨੇ ਕੰਮ ਕੀਤਾ, ਜਿੰਨੀ ਸਾਡੇ ਕਾਰਜਕਰਤਾ ਦੇ ਵਿੱਚ ਰੋਸ ਦੀ ਲਹਿਰ ਹੈ, 40 ਤੋਂ 50,000 ਵੋਟ ਨਾਲ ਹਾਰਨੀ ਹੈ, ਕਿਉਂਕਿ ਇਹਨੂੰ ਤਾਂ ਕੋਈ ਬਚਾ ਹੀ ਨਹੀਂ ਸਕਦਾ, ਕਿਉਂਕਿ ਇਹਦੇ ਜਿਹੜੇ ਕੰਮ ਨੇ ਉਹ ਬਿਲਕੁਲ ਅੱਛੇ ਨਹੀਂ ਆ। ਕਾਰਜਕਰਤਾ ਦੀ ਮੰਗ ਇੱਕ ਹੀ ਹੈ ਕਿ ਸਾਡਾ ਪ੍ਰਤਿਆਸ਼ੀ ਜਿਹੜਾ ਹੈ ਸੀਮਾ ਦੇਵੀ ਨਹੀਂ ਹੋਣੀ ਚਾਹੀਦੀ। ਇਸੇ ਗੱਲ ਕਰਕੇ ਹੀ ਤੇ ਮੈਨੂੰ ਬਦਲਿਆ ਗਿਆ ਔਰ ਇਹਦਾ ਬਦਲਣ ਦਾ ਇਹੀ ਕਾਰਨ ਹੈ ਕਿ ਜਦੋਂ ਕਿਤੇ ਸਾਡੀ ਪੁੱਛ-ਗਿੱਛ ਹੋਵੇ, ਸਾਡਾ ਕੋਈ ਪ੍ਰਭਾਰੀ ਸਾਨੂੰ ਪੁੱਛੇ ਕਿ ਤੁਹਾਡਾ ਜਿਹੜਾ ਆ ਪ੍ਰਤਿਆਸ਼ੀ ਕੌਣ ਹੋਣਾ ਚਾਹੀਦਾ, ਉਹ ਸਾਰੇ ਆ ਗੱਲ ਕਹਿਣ ਕਿ ਸੀਮਾ ਦੇਵੀ ਹੋਣੀ ਚਾਹੀਦੀ ਹੈ। ਮੈਂ ਇਹ ਗੱਲ ਕਹਿੰਦਾ ਨਹੀਂ ਸੀ ਕਿ ਨਹੀਂ ਹੋਣੀ ਚਾਹੀਦੀ, ਇਸ ਕਰਕੇ ਨਾ ਮੈਨੂੰ ਬਦਲਿਆ। ਤੁਸੀਂ ਕਿਉਂ ਵਿਰੋਧ ਕਰਦੇ ਹੋ? ਮੈਂ ਆਪਣੇ ਰਾਸ਼ਟਰ ਨੂੰ ਉੱਚ ਸਤਰ 'ਤੇ ਦੇਖਣਾ ਚਾਹੁੰਦਾ। ਮੈਂ ਚਾਹੁੰਦਾ ਕਿ ਸਾਫ ਸੁਥਰੀ ਛਵੀ ਵਾਲੇ ਲੋਕ ਜਿਹੜੇ ਨਾ ਉਹ ਅੱਗੇ ਆਉਣ, ਤਾਂ ਕਿ ਮੇਰਾ ਪਿੰਡ, ਮੇਰਾ ਹਲਕਾ ਜਿਹੜਾ ਆ ਉਹ ਅੱਗੇ ਨਿਕਲ ਸਕੇ। ਔਰ ਇਹਨਾਂ ਦੀਆਂ ਬਹੁਤ ਸਾਰੀਆਂ ਖਾਮੀਆਂ ਜਿਹੜੀਆਂ ਸੀ ਸਾਨੂੰ ਪਤਾ ਹੁੰਦੀਆਂ ਨਾ, ਕਿਉਂਕਿ ਜਿਹੜੀ ਹਲਕੇ ਦੀ ਮਾਈਨਿੰਗ ਦਾ ਜਿਹੜਾ ਜ਼ੋਰ ਫੜਿਆ ਸੀ ਉਹ ਸੀਮਾ ਦੇ ਟਾਈਮ 'ਚ ਫੜਿਆ ਸੀ। ਔਰ ਇਹ ਵੀ ਪਤਾ ਹੀ ਆ ਕਿ ਇਹ ਕ੍ਰੈਸ਼ਰਾਂ 'ਤੇ ਜਾ ਕੇ ਕੀ ਕੁਛ ਕਰਦੇ ਰਹੇ ਨਾ, ਕੀ ਕਰਦੇ ਰਹੇ? ਜਾ ਕੇ ਉਹਨਾਂ ਕੋਈ ਹਿੱਸਾ ਲੈਂਦੇ ਰਹੇ ਨਾ।
ਇਹ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ? ਦੇਖੋ, ਕੋਈ ਵੀ ਚੀਜ਼ ਜਿਹੜੀ ਹੁੰਦੀ ਆ ਨਾ, ਬਦਬੂ ਤੇ ਖੁਸ਼ਬੂ ਜਿਹੜੀ ਆ ਉਹਨੂੰ ਛੁਪਾਇਆ ਨਹੀਂ ਜਾ ਸਕਦਾ। ਇਹ ਕਿਸੇ ਚੀਜ਼ ਦੀ ਜਿਹੜੀ ਖੁਸ਼ਬੂ ਹੁੰਦੀ ਆ ਉਹ ਸਮਾਜ 'ਚ ਹਵਾ ਰਸਤੇ ਪਤਾ ਚੱਲ ਜਾਂਦੀ ਆ, ਜਿਹੜੀ ਬਦਬੂ ਹੁੰਦੀ ਆ ਉਹ ਵੀ ਪਤਾ ਚੱਲ ਜਾਂਦੀ ਆ। ਕੀ ਮੰਗ ਕਰਦੇ ਹੋ ਤੁਸੀਂ ਹਾਈ ਕਮਾਂਡ ਤੋਂ? ਹਾਈ ਕਮਾਂਡ ਤੋਂ ਇਹ ਮੰਗ ਕਰਨੇ ਆ ਕਿ ਜਿਹੜਾ ਸਾਡਾ ਹਲਕਾ ਭੋਆ, ਅਗਰ ਇਹਨੂੰ ਜਿੱਤਣਾ ਚਾਹੁੰਦੇ ਹੋ ਤੁਸੀਂ, ਤੇ ਸੀਮਾ ਨੂੰ ਵਿਧਾਇਕ ਦੀ ਟਿਕਟ ਨਾ ਦਿੱਤੀ ਜਾਏ, ਕੋਈ ਕਾਬਲ ਕਾਰਜਕਰਤਾ ਦਿਓ ਤੇ ਅਸੀਂ ਪਾਰਟੀ 'ਚ ਕੰਮ ਕਰਾਂਗੇ। ਜਦੋਂ ਤੱਕ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਈ ਦੀ ਹੈ ਇਹਨਾਂ ਨੇ ਆਪਣੀ, ਤਦ ਤੱਕ ਅਸੀਂ ਆਪਣੇ ਘਰ ਬਿਲਕੁਲ ਸ਼ਾਂਤੀ ਨਾਲ ਬੈਠਾਂਗੇ। ਕਿਹੜਾ ਮੰਡਲ ਪੈਂਦਾ ਆਪਣਾ? ਮੇਰਾ ਤਾਰਾਗੜ੍ਹ ਮੰਡਲ ਹੈ ਜੀ। ਕਿਸਾਨ ਤਾੜਾਗੜ੍ਹ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਵਰਕਰਾਂ ਵੱਲੋਂ ਇੱਕ ਜਿਹੜੇ ਆਰੋਪ ਲਾਏ ਗਏ ਆ ਐਮਐਲਏ, ਜਿਹੜੇ ਸਾਬਕਾ ਐਮਐਲਏ ਸੀਮਾ ਕੁਮਾਰ, ਤੇ ਉਹ ਸਾਡੇ ਨਾਲ ਮੌਜੂਦ ਆ। ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ। ਅੱਜ ਸਾਬਕਾ ਗਣੇਸ਼ਵਰ ਸਿੰਘ ਜੀ, ਉਹਨਾਂ ਪ੍ਰੈਸ ਕਾਨਫਰੰਸ ਕੀਤੀ ਗਈ, ਉਹਨਾਂ ਵੱਲੋਂ ਜਿਹੜੇ ਆਰੋਪ ਜਿਹੜੇ ਵਰਕਰਾਂ ਵੱਲੋਂ ਵੀ ਲਾਏ ਗਏ ਕਿ ਜਿਹੜਾ ਉਹਨਾਂ ਨੂੰ ਹਟਾਇਆ ਗਿਆ, ਕੀ ਕਹਿਣਾ ਚਾਹੁੰਦੇ ਹੋ? नहीं, ऐसा कुछ नहीं है क्योंकि जो मंडल के चुनाव ये मतलब सवा साल या 1.5 साल पहले होए ना, कोई इस तरह की गल नहीं है। शायद मतलब पार्टी नूं जां जिले नूं कुछ इस तरह का लग्या होएगा, कुछ नज़र आया होएगा कि मतलब किस तरह होर बेहतर मतलब असी मतलब करवा सकते हैं इस इलाके च, जां मंडल विच वर्कर की चाहते हैं उस मुताबिक शायद उन्होंने डिसीजन लिया होएगा। बाकी मैं ज़्यादा नहीं इस बारे कहना चाहती। कार्यकाल उन्होंने दस्सिया कि बहुत घट सी उन्होंने कार्यकाल, उहदे विच उन्होंने 3 साल का कार्यकाल है। मैं वही गल कह रही हैं कि कोई नोटिस भी नहीं दिता गया उन्होंने। देखो, ਇਹਦਾ ज़्यादा करके जानकारी ਜਾਂ ਜਿਹੜਾ ਜਵਾਬ ਹੈ ਉਹ ਸਾਡੇ ਜ਼ਿਲ੍ਹਾ ਹਾਈ ਕਮਾਨ ਹੀ ਦੇ ਸਕਦੀ ਹੈ। ਮਤਲਬ ਮੈਂ ਸਿਰਫ ਇੰਨਾ ਹੀ ਜਵਾਬ ਦੇ ਸਕਦੀ ਹਾਂ। ਜੇ ਗੱਲ ਕਰੀਏ ਅਸੀਂ ਆਪਣੇ ਜਿਹੜੇ ਆਪਣੇ ਹਸਬੈਂਡ ਆ ਉਹਨਾਂ ਤੇ ਵੀ ਉਹਨਾਂ ਵੱਲੋਂ ਜਿਹੜੇ ਤੁਸੀਂ ਐਮਐਲਏ ਰਹੇ ਹੋ ਉਹਦੇ ਵਿੱਚ ਕਿ ਜਿਹੜੇ ਮਾਈਨਿੰਗ ਨੂੰ ਲੈ ਕੇ ਕਈ ਆਰੋਪ ਜਿਹੜੇ ਉਹਨਾਂ ਨੂੰ ਲਾਏ ਗਏ ਕਿ ਪੈਸੇ ਲੈਂਦੇ, ਕੀ ਕਹਿਣਾ ਚਾਹੁੰਦੇ ਇਸ ਆਰੋਪ? ਐਸਾ ਕੁਝ ਨਹੀਂ ਹੈ। ਉਹਨਾਂ ਨੂੰ ਮੰਡਲ ਪ੍ਰਧਾਨ ਤੋਂ ਮਤਲਬ ਜਿੱਦਾਂ ਹਟਾਇਆ ਗਿਆ ਹੈ, ਸ਼ਾਇਦ ਉਹ ਹਤਾਸ਼ ਹੋ ਕੇ ਸਾਰੀਆਂ ਗੱਲਾਂ ਕਰ ਰਹੇ ਨੇ। ਇਹ ਜਿਹੜੇ ਆਰੋਪ ਹੈ ਉਹਨਾਂ ਦੇ ਇਹ ਬੇਬੁਨਿਆਦ ਆਰੋਪ ਹੈਗੇ ਆ। ਮੈਂ ਇਹਨਾਂ ਆਰੋਪਾਂ ਨੂੰ ਨਹੀਂ ਮੰਨਦੀ ਹਾਂ। ਲੱਗਦਾ ਨਹੀਂ ਤੁਹਾਨੂੰ 2022 ਦੀਆਂ ਚੋਣਾਂ ਬਿਲਕੁਲ ਸਿਰ 'ਤੇ, ਔਰ ਇਸ ਦਾ ਜਿਹੜਾ ਪਾਰਟੀ ਅੱਗੇ ਜਿਹੜਾ ਕਾਨੂੰਨ ਨੂੰ ਲੈ ਕੇ ਕਿਸਾਨਾਂ ਦੀ ਵਿਰੋਧ ਚੱਲ ਰਹੀ ਹੈ, ਔਰ ਇਸ ਸੰਬੰਧੀ ਕੀ ਲੱਗਦਾ ਤੁਹਾਨੂੰ ਕਿ ਪਾਰਟੀ ਨੁਕਸਾਨ ਨਹੀਂ? देखो, ऐसा है कि ਆਪਾਂ ਹਮੇਸ਼ਾ ਕਿਉਂਕਿ ਇਹ ਕਿਸਾਨੀ ਸੂਬਾ ਹੈ ਸਾਡਾ, ਮੇਰਾ ਭੋਆ ਹਲਕਾ ਵੀ ਕਿਸਾਨੀ ਸੂਬਾ, ਅਸੀਂ ਵੀ ਕਿਤੇ ਨਾ ਕਿਤੇ ਮਤਲਬ ਕਿਸਾਨ ਦੇ ਨਾਲ ਜੁੜੇ ਹੋਏ ਹਾਂ। ਅਸੀਂ ਕਿਸਾਨਾਂ ਦੇ ਨਾਲ ਹੈਗੇ ਹਾਂ, ਕੋਈ ਐਸੀ ਗੱਲ ਨਹੀਂ ਹੈ। ਬਾਕੀ ਐਸਾ ਕੁਝ ਨਹੀਂ ਹੈ। ਵਰਕਰ ਜਿਹੜੇ ਆ ਭਾਰਤੀ ਜਨਤਾ ਪਾਰਟੀ ਦੇ ਭੋਏ ਹਲਕੇ ਦੇ ਹੋਰ ਵੀ ਬਹੁਤ ਅੱਛੇ ਜਾਂ ਵਧੀਆ ਵਰਕਰ ਹੈਗੇ ਆ, ਔਰ ਉਹ ਪਾਰਟੀ ਦੇ ਸਿਪਾਹੀ ਨੇ, ਉਹ ਲੱਗੇ ਹੋਏ ਆ ਪਾਰਟੀ ਵਾਸਤੇ ਕੰਮ ਕਰਨ ਲਈ। ਔਰ ਹਮੇ ਬੀਜੇਪੀ, ਮੈਨੂੰ ਇਹ ਲੱਗਦਾ ਹੈ ਕਿ ਸਾਡੀ ਬੀਜੇਪੀ ਭਾਰਤੀ ਜਨਤਾ ਪਾਰਟੀ ਭੋਏ ਹਲਕੇ 'ਚ ਅੱਗੇ ਜਾਏਗੀ। ਵਰਕਰ ਦਿਨ ਰਾਤ ਮਿਹਨਤ ਕਰਨਗੇ, ਅੱਗੇ ਜਾਏਗੀ। ਔਰ ਹੋਰ ਵੀ ਆਪਣੇ ਨਾਲ ਵਰਕਰ ਜਿਹੜੇ ਆ ਲੋਕ ਜਿਹੜੇ ਜੋੜੇਗੀ। ਕੋਈ ਐਸੀ ਗੱਲ ਨਹੀਂ, ਕੋਈ ਨੁਕਸਾਨ ਨਹੀਂ ਹੁੰਦਾ। ਇਹ ਮਤਲਬ ਬਿਲਕੁਲ ਜੋ ਹਾਈ ਕਮਾਂਡ ਦਾ ਫੈਸਲਾ ਹੈ, ਇਹ ਉਹਨਾਂ ਦਾ ਸ਼ਾਇਦ ਇਹ ਫੈਸਲਾ ਠੀਕ ਹੋਏਗਾ, ਇਸ ਕਰਕੇ ਉਹਨਾਂ ਨੇ ਇਹ ਜਿਹੜਾ ਡਿਸੀਜਨ ਲਿਆ। ਆਰੋਪ ਦੀ ਗੱਲ ਉਹਨਾਂ ਨੇ ਸੋਚੇ, ਇਹ ਜਿਹੜੇ ਐਮਐਲਏ ਸਾਹਿਬ ਟਿਕਟ ਨੂੰ ਜਿਹੜਾ ਲੈ ਕੇ ਮੰਡਲ ਪ੍ਰਧਾਨਗੀ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਦੇ ਟਿਕਟ ਦੇ ਵਿੱਚ ਬੜਾ ਅਹਿਮ ਰੋਲ ਹੁੰਦਾ। ਇਸ ਨੂੰ ਲੈ ਕੇ ਜਿਹੜਾ ਕਿ ਉਹਨਾਂ ਨੇ ਜੇ ਕੰਮ ਕੀਤਾ ਗਿਆ ਉਹਨਾਂ ਨੂੰ ਸੁੱਟਿਆ ਗਿਆ। नहीं, देखो ऐसा कुछ नहीं है। भारतीय जनता पार्टी की टिकट जी है अजे 5-6 महीने बाकी है। अज कोई टिकटा की गल नहीं है, कोई इस तरह की गल नहीं है। अज सारे वर्कर, ईवन कि मैं भी भारतीय जनता पार्टी की एक वर्कर हाँ, छोटी दी कार्यकर्ता है। असी भी कितने किते अपनी पार्टी का काम कर रहे हैं। जो सानू ड्यूटी दी हुई है, मैनू जो पार्टी ने ड्यूटी दी हुई है, मैं वो मुताबिक जोड़ा काम कर रही हूँ। कोई इस तरह की गल नहीं, अज कोई टिकटा की गल नहीं है, कोई इस तरह की गल नहीं है। जो टिकटा की गल होएगी, हाई कमान साडी फिर भी साडी हाई कमान पावर बैठी है, जो डिसीजन लेगी वो साडे लई सिर मत्थे है। ਇਹ ਸਨ ਸਾਡੇ ਨਾਲ ਜਿਹੜੇ ਸਾਬਕਾ ਹਲਕਾ ਵਿਧਾਇਕ ਸੀਮਾ ਕੁਮਾਰੀ, ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਦੇ ਜਿਹੜੇ ਪਤੀ ਦੇ ਆਰੋਪ ਲਗਾਏ ਗਏ ਬਿਲਕੁਲ ਬੇਬੁਨਿਆਦ ਹੈ, ਔਰ ਜਿਹੜਾ ਉਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਮੰਡਲ ਤੋਂ ਹਟਾਇਆ ਗਿਆ। ਇਹ ਜਿਹੜਾ ਹਾਈ ਕਮਾਨ ਦੀ ਜਿਹੜੀ ਹੈ ਉਹਨਾਂ ਦੀ ਇਹ ਜਿਹੜੀ ਹੈ ਹਾਈ ਕਮਾਨ ਵੱਲੋਂ ਡਿਸੀਜਨ ਲਿਆ ਗਿਆ, ਬਲਕਿ ਉਹਨਾਂ ਵੱਲੋਂ ਕੋਈ ਵੀ ਇਹਦੇ ਵਿੱਚ ਡਿਸੀਜਨ ਨਹੀਂ ਹੈ। ਕੈਮਰਾਮੈਨ ਪਵਨ ਦੇ ਨਾਲ ਦੀਪਕ ਕੁਮਾਰ, ਪਠਾਨਕੋਟ, ਸਕਾਈ ਨਿਊਜ਼।